ਪਿਆਰੇ ਵਿਦਿਆਰਥੀਓ, ਅੱਜ ਇਸ ਵੀਡੀਓ ਲੈਕਚਰ ਵਿੱਚ ਅਸੀਂ ਜਮਾਤ 8ਵੀਂ ਦਾ ਪਾਠ ਨੰਬਰ 5 ਕੋਲਾ ਤੇ ਪੈਟਰੋਲ ਇਹਨੂੰ ਅਸੀਂ ਇਹਦੇ ਅਭਿਆਸ ਦੇ ਸਾਰੇ ਪ੍ਰਸ਼ਨ ਡਿਸਕਸ ਕਰਾਂਗੇ। ਸਭ ਤੋਂ ਪਹਿਲਾ ਪ੍ਰਸ਼ਨ ਹੈ ਸੀਐਨਜੀ ਅਤੇ ਐਲਪੀਜੀ ਦੀ ਬਾਲਣ ਦੇ ਰੂਪ ਚ ਵਰਤੋਂ ਕਰਨ ਦੇ ਕੀ ਲਾਭ ਨੇ। ਐਲਪੀਜੀ ਸਿਲੰਡਰਾਂ ਦੇ ਵਿੱਚ ਅਸੀਂ ਘਰੇ ਰਸੋਈ ਦੇ ਵਿੱਚ ਐਲਪੀਜੀ ਵਰਤਦੇ ਹਾਂ। ਸੀਐਨਜੀ ਦੀ ਵੀ ਬਹੁਤ ਜ਼ਿਆਦਾ ਵਰਤੋਂ ਤੁਸੀਂ ਸੁਣੀ ਹੋਊਗੀ ਅੱਜ ਕੱਲ੍ਹ ਵਾਹਨਾਂ ਦੇ ਵਿੱਚ, ਹਨਾ, ਕਾਰਾਂ ਵਗੈਰਾ ਦੇ ਵਿੱਚ ਵੀ ਸੀਐਨਜੀ ਵਗੈਰਾ ਦੀ ਵਰਤੋਂ ਹੋਣ ਲੱਗੀ। ਸੀਐਨਜੀ ਬੱਸਿਸ ਵਗੈਰਾ ਵੀ ਚੱਲਦੀਆਂ ਨੇ ਕਈ ਥਾਵਾਂ ਤੇ, ਹਨਾ, ਆਪਾਂ ਨੂੰ ਪਤਾ ਹੈ। ਤਾਂ ਸੀਐਨਜੀ ਅਤੇ ਐਲਪੀਜੀ ਦੀ ਬਾਲਣ ਦੇ ਰੂਪ ਚ ਆਪਣੇ ਕੋਲ ਕੀ ਲਾਭ ਨੇ ਇਹਦੇ, ਉਹਦੀ ਆਪਾਂ ਗੱਲ ਕਰਾਂਗੇ। ਤਾਂ ਸੀਐਨਜੀ ਦਾ ਪਹਿਲਾਂ ਸਾਨੂੰ ਪੂਰਾ ਨਾਂ ਵੀ ਪਤਾ ਹੋਣਾ ਚਾਹੀਦਾ ਹੈ। ਸੀਐਨਜੀ ਦਾ ਪੂਰਾ ਨਾਂ ਜਿਹੜਾ ਸਾਡੇ ਕੋਲ ਹੈ ਉਹ ਹੈ ਕੰਪਰੈਸਡ ਨੈਚੁਰਲ ਗੈਸ, ਇੰਗਲਿਸ਼ ਦੇ ਵਿੱਚ, ਪੰਜਾਬੀ ਚ ਅਸੀਂ ਕਹਿ ਦਿੰਦੇ ਹਾਂ ਨਪੀੜਤ ਕੁਦਰਤੀ ਗੈਸ, ਯਾਦ ਰੱਖਣਾ ਹੈ। ਐਲਪੀਜੀ ਦਾ ਪੂਰਾ ਨਾਂ ਜਿਹੜਾ ਹੈ ਲਿਕੁਇਫਾਈਡ ਪੈਟਰੋਲੀਅਮ ਗੈਸ, ਪੰਜਾਬੀ ਦੇ ਵਿੱਚ ਅਸੀਂ ਕਹਾਂਗੇ ਦ੍ਰਵਿਤ ਪੈਟਰੋਲੀਅਮ ਗੈਸ ਜਾਂ ਤਰਲ ਪੈਟਰੋਲੀਅਮ ਗੈਸ। ਹੁਣ ਅਸੀਂ ਇਹਨਾਂ ਦੇ ਲਾਭ ਦੀ ਗੱਲ ਕਰਦੇ ਹਾਂ। ਇਹਨਾਂ ਦਾ ਜਲਨ ਆਸਾਨੀ ਨਾਲ ਹੋ ਜਾਂਦਾ ਹੈ। ਇਹਨਾਂ ਨੂੰ ਜਦੋਂ ਜਲਾਇਆ ਜਾਂਦਾ ਹੈ ਤਾਂ ਬਹੁਤ ਆਸਾਨੀ ਨਾਲ, ਬਹੁਤ ਜਲਦੀ ਇਹਨਾਂ ਨੂੰ ਅੱਗ ਲੱਗ ਜਾਂਦੀ ਹੈ, ਤਾਂ ਆਸਾਨੀ ਨਾਲ ਜਲਨ ਹੋ ਜਾਂਦਾ ਇਹਨਾਂ ਦਾ। ਇਹਨਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਪਾਈਪਾਂ ਰਾਹੀਂ ਲਿਜਾਣਾ ਸੌਖਾ ਹੈ। ਪਾਈਪਾਂ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਭੇਜਿਆ ਜਾਂਦਾ ਹੈ ਸੀਐਨਜੀ ਐਲਪੀਜੀ। ਇਹ ਸਾਫ਼ ਸੁਥਰੇ ਬਾਲਣ ਹਨ। ਹੁਣ ਸਾਨੂੰ ਪਤਾ ਹੀ ਹੈ, ਅਸੀਂ ਰਸੋਈ ਦੇ ਵਿੱਚ ਖਾਣਾ ਬਣਾਉਂਦੇ ਹਾਂ, ਸਿਲੰਡਰਾਂ ਦੇ ਵਿੱਚ ਐਲਪੀਜੀ ਭਰੀ ਹੁੰਦੀ ਹੈ। ਇਹ ਸਾਫ਼ ਸੁਥਰੇ ਬਾਲਣ ਹਨ ਕਿਉਂਕਿ ਇਹਨਾਂ ਦੇ ਜਲਣ ਤੋਂ ਬਾਅਦ ਧੂਆਂ ਆਦਿ ਪੈਦਾ ਨਹੀਂ ਹੁੰਦਾ, ਨਾ ਹੀ ਕੋਈ ਰਹਿੰਦ ਖੂੰਦ ਰਹਿੰਦੀ ਹੈ, ਸਾਨੂੰ ਪਤਾ ਹੀ ਹੈ। ਇਹ ਸਾਫ਼ ਸੁਥਰੇ ਬਾਲਣ ਨੇ। ਇਹ ਜਲਣ ਤੇ ਬਹੁਤ ਸਾਰੀ ਤਾਪ ਊਰਜਾ ਪੈਦਾ ਕਰਦੇ ਹਨ। ਜਿਹੜੀ ਇਹਦੀ ਕੈਲੋਰੀਫਿਕ ਵੈਲਿਊ ਹੈ, ਜਿਹਨੂੰ ਅਸੀਂ ਕੈਲੋਰੀ ਮਾਨ ਕਹਿੰਦੇ ਆ, ਉਹ ਵੀ ਕਾਫੀ ਹੈ। ਤਾਂ ਇਹ ਕਾਫੀ ਜ਼ਿਆਦਾ ਮਾਤਰਾ 'ਚ ਤਾਪ ਪੈਦਾ ਕਰਦੇ ਨੇ। ਤਾਂ ਇਹ ਸਾਰੇ ਲਾਭ ਨੇ ਸੀਐਨਜੀ ਅਤੇ ਐਲਪੀਜੀ ਦੇ। ਆਓ ਅਸੀਂ ਦੂਸਰਾ ਕੁਐਸਚਨ ਦੇਖਦੇ ਹਾਂ। ਪੈਟਰੋਲੀਅਮ ਦੀ ਕਿਹੜੀ ਉਪਜ ਸੜਕ ਨਿਰਮਾਣ ਲਈ ਵਰਤੋਂ ਵਿੱਚ ਲਿਆਈ ਜਾਂਦੀ ਹੈ। ਸਾਨੂੰ ਪਤਾ ਹੈ ਪੈਟਰੋਲੀਅਮ ਦੀਆਂ ਕਈ ਉਪਜਾਂ ਹੁੰਦੀਆਂ ਨੇ, ਜਿਵੇਂ ਡੀਜ਼ਲ ਹੈ, ਪੈਟਰੋਲ ਹੈ, ਵਿਟਾਮਿਨ ਹੈ, ਹਨਾ। ਤਾਂ ਇਹਨਾਂ ਦੇ ਵਿੱਚੋਂ ਅਸੀਂ ਉਹ ਦੱਸਣੀ ਸੀ ਜਿਹੜੀ ਕਿ ਸੜਕ ਨਿਰਮਾਣ ਲਈ, ਸੜਕ ਬਣਾਉਣ ਦੇ ਲਈ ਜਿਹੜੀ ਵਰਤੀ ਜਾਂਦੀ ਹੈ, ਉਹ ਪੈਟਰੋਲੀਅਮ ਦੀ ਉਪਜ ਕਿਹੜੀ ਹੈ? ਵਿਟਾਮਿਨ। ਤਾਂ ਆਪਾਂ ਅਗਲਾ ਕੁਐਸਚਨ ਦੇਖਦੇ ਹਾਂ ਬੇਟਾ, ਥਰਡ ਕੁਐਸਚਨ। ਹਾਂਜੀ, ਤਾਂ ਅਸੀਂ ਥਰਡ ਕੁਐਸਚਨ ਦੇਖ ਰਹੇ ਹਾਂ ਹੁਣ। ਬਹੁਤ ਹੀ ਮਹੱਤਵਪੂਰਨ ਪ੍ਰਸ਼ਨ। ਵਰਣਨ ਕਰੋ ਕਿ ਮ੍ਰਿਤ ਵਨਸਪਤੀ ਤੋਂ ਕੋਲਾ ਕਿਸ ਤਰ੍ਹਾਂ ਬਣਦਾ ਹੈ। ਇਹ ਪ੍ਰਕਰਮ ਨੂੰ ਕੀ ਕਿਹਾ ਜਾਂਦਾ ਹੈ? ਮ੍ਰਿਤ ਵਨਸਪਤੀ, ਮਰੇ ਹੋਏ ਪੌਦੇ, ਹਨਾ, ਜਿਹੜੀ ਮ੍ਰਿਤ ਵਨਸਪਤੀ ਹੈ ਜੰਗਲਾਂ ਦੇ ਵਿੱਚ, ਉਹਨਾਂ ਤੋਂ ਕਿਵੇਂ ਸਾਡੇ ਕੋਲ ਜਿਹੜਾ ਹੈ ਕੋਲਾ ਬਣ ਜਾਂਦਾ ਹੈ। ਲੱਖਾਂ ਸਾਲ ਪਹਿਲਾਂ ਕੁਝ ਕੁਦਰਤੀ ਘਟਨਾਵਾਂ ਕਾਰਨ ਕੁਝ ਸੰਘਣੇ ਜੰਗਲ ਮਿੱਟੀ ਹੇਠਾਂ ਦਬ ਗਏ। ਲੱਖਾਂ ਸਾਲ ਪਹਿਲਾਂ ਬਹੁਤ ਸਾਰੇ ਜੰਗਲ ਜਿਹੜੇ ਸੀ, ਉਹ ਕੋਈ ਹਨੇਰੀ ਆਈ, ਤੂਫਾਨ ਆਈ ਜਾਂ ਕੁਝ ਵੀ ਕੁਦਰਤੀ ਘਟਨਾਵਾਂ ਹੋਈਆਂ ਜਿਹਦੇ ਕਾਰਨ ਉਹ ਮਿੱਟੀ ਦੇ ਹੇਠਾਂ ਦਬ ਗਏ। ਉਹਨਾਂ ਉੱਪਰ ਹੋਰ ਮਿੱਟੀ ਜਮ੍ਹਾਂ ਹੁੰਦੀ ਗਈ ਤੇ ਉਹ ਨਪੀੜਤ ਹੋ ਗਏ। ਨਪੀੜਤ ਹੋਣ ਦਾ ਮਤਲਬ ਉਹ ਦੱਬੇ ਗਏ ਹੇਠਾਂ ਉੱਚੇ ਦਬਾਅ ਤੇ, ਕਿਉਂਕਿ ਦਬਾਅ ਬਹੁਤ ਜ਼ਿਆਦਾ ਸੀ, ਦੱਬੇ ਹੋਏ ਸੀ। ਉੱਚੇ ਤਾਪਮਾਨ ਤੇ, ਉੱਥੇ ਤਾਪਮਾਨ ਵੀ ਬਹੁਤ ਜ਼ਿਆਦਾ ਸੀ, ਗਰਮੀ ਵੀ ਬਹੁਤ ਜ਼ਿਆਦਾ ਸੀ। ਅਤੇ ਇੱਕ ਚੀਜ਼ ਹੋਰ ਵੀ ਤੁਸੀਂ ਨਾਲ ਮੈਂਸ਼ਨ ਕਰਨੀ ਹੈ, ਉੱਚੇ ਤਾਪ ਤੇ, ਉੱਚੇ ਦਬਾਅ ਤੇ ਅਤੇ ਆਕਸੀਜਨ ਦੀ ਗੈਰ ਹਾਜ਼ਰੀ ਵਿੱਚ। ਉੱਥੇ ਕੀ ਸੀ? ਆਕਸੀਜਨ ਨਹੀਂ ਸੀ। ਆਕਸੀਜਨ ਦੀ ਗੈਰ ਮੌਜੂਦਗੀ ਵਿੱਚ ਧਰਤੀ ਵਿੱਚ ਦੱਬੇ ਇਹ ਪੌਦੇ ਜਿਹੜੇ ਸੀਗੇ, ਵਨਸਪਤੀ ਜਿਹੜੀ ਸੀ, ਉਹ ਹੌਲੀ ਹੌਲੀ ਕੋਲੇ ਵਿੱਚ ਬਦਲ ਗਏ। ਠੀਕ ਹੈ ਜੀ। ਕੋਲੇ ਵਿੱਚ ਮੁੱਖ ਰੂਪ ਚ ਕੀ ਹੁੰਦਾ ਹੈ? ਕਾਰਬਨ। ਕੋਲੇ ਚ ਮੁੱਖ ਰੂਪ ਚ ਕੀ ਹੁੰਦਾ? ਕਾਰਬਨ। ਇਸ ਲਈ ਜਿਹੜਾ ਇਹ ਸਾਰਾ ਪ੍ਰਕਰਮ ਹੋਇਆ ਜਿਸ ਵਿੱਚ ਮ੍ਰਿਤ ਵਨਸਪਤੀ ਹੌਲੀ ਹੌਲੀ ਕੋਲੇ ਵਿੱਚ ਬਦਲ ਗਈ, ਮ੍ਰਿਤ ਵਨਸਪਤੀ ਦੇ ਹੌਲੀ ਹੌਲੀ ਕੋਲੇ ਵਿੱਚ ਬਦਲਣ ਨੂੰ, ਪਰਿਵਰਤਨ ਨੂੰ ਕੀ ਕਹਿੰਦੇ ਆ ਅਸੀਂ? ਕਾਰਬਨੀਕਰਨ। ਕਾਰਬਨੀਕਰਨ ਕਿਉਂ ਕਹਿੰਦੇ ਆ? ਕਿਉਂਕਿ ਜਿਹੜਾ ਕੋਲਾ ਬਣਿਆ ਉਹ ਚ ਮੁੱਖ ਰੂਪ ਚ ਕੀ ਹੈ? ਕਾਰਬਨ। ਇਸ ਕਰਕੇ ਇਸ ਜਿਹੜੀ ਹੈ ਵਿਧੀ ਨੂੰ ਅਸੀਂ ਕੀ ਕਹਿ ਦਿੰਦੇ ਆ? ਕਾਰਬਨੀਕਰਨ। ਆਓ ਹੁਣ ਅਸੀਂ ਕੁਝ ਖਾਲੀ ਥਾਂ ਦੇਖਦੇ ਹਾਂ। ਆਓ ਹੁਣ ਅਸੀਂ ਖਾਲਿਸਤਾਨ ਦੇਖਦੇ ਹਾਂ। ਪਹਿਲਾ ਖਾਲਿਸਤਾਨ ਹੈ ਡੈਸ਼ ਅਤੇ ਡੈਸ਼। ਬਾਲਣ ਦਾ ਮਤਲਬ ਕੀ ਹੈ? ਬਾਲਣ ਦਾ ਮਤਲਬ ਕੀ ਹੈ? ਬਾਲਣ ਦਾ ਮਤਲਬ ਕੀ ਹੈ? ਆਪਣੇ ਕੋਲ ਪਥਰਾਟ ਬਾਲਣ। ਤਾਂ ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਫਾਸਿਲ ਬਾਲਣ ਹਨ। ਪੈਟਰੋਲੀਅਮ ਦੇ ਵੱਖ-ਵੱਖ ਘਟਕਾਂ ਨੂੰ ਵੱਖ ਕਰਨ ਦਾ ਪ੍ਰਕਰਮ ਡੈਸ਼ ਅਖਵਾਉਂਦਾ ਹੈ। ਪੈਟਰੋਲੀਅਮ ਦੇ ਵਿੱਚ ਜਿਹੜੇ ਵੱਖ-ਵੱਖ ਘਟਕ ਹੁੰਦੇ ਨੇ, ਜਿਵੇਂ ਪੈਟਰੋਲ, ਡੀਜ਼ਲ, ਵਿਟਾਮਿਨ, ਹਨਾ, ਪੈਰਾਫਿਨ, ਮੋਮ, ਇਹ ਸਾਰੀਆਂ ਚੀਜ਼ਾਂ ਨੂੰ ਵੱਖ-ਵੱਖ ਕਰਨ ਦੇ ਲਈ ਜਿਹੜੀ ਅਸੀਂ
विधि अपनाउने आ, उहनूं कहने आ पैट्रोलीयम की सुधाई करना। की करना? पैट्रोलीयम की सुधाई करना। वाहनां दे लई सब तो घट प्रदूषक बालन किहड़ा है? आपां पहलां भी गल करके हटे हां उपर भी अजकल वाहनां दे विच वहीकल्स दे विच सब तो घट प्रदूषण करने वाला बालन जिहड़ा है पेट्रोल डीजल, इहदी थां ते एक नवां बालन वरतिया जा रहा है जिहड़ा की है CNG। इहदा पूरा नाम की है? नपीड़ित कुदरती गैस। की नाम है पूरा? नपीड़ित कुदरती गैस। आओ हुण असीं ठीक गलत देखते हैं। पथराट बालन प्रयोगशाला विच बनाए जा सकते हैं। ये गलत है क्योंकि सानू पता है पथराट बालन नूं बनन च लखां साल लग जांदे ने, मृत बनस्पति तो बनते ने। आपां उपर कोले की गल कीती सी, है ना। तो दूसरा है पेट्रोल दे नालों CNG वधेरे प्रदूषक बालन है। यह भी गलत है क्योंकि CNG तो एक साफ सुथरा बालन सी, आपां उत्ते गल कीती सी। तीसरा, कोक कार्बन का लगभग शुद्ध रूप है। यह बिल्कुल ठीक है। कोलतार वख-वख पदार्थां दा मिश्रण है। यह भी बिल्कुल ठीक है। मिट्टी का तेल एक पथराट बालन नहीं है। मिट्टी का तेल भी जिहड़ा है पथराट बालन है जी, फॉसिल फ्यूल है। तां ये गलत कह रहे ने भी ये मिट्टी का तेल जिहड़ा है वो पथराट बालन नहीं है, तां गलत हो गया ये। ठीक है जी। आपां अगे देखते हैं जी। छेवां क्वेश्चन देखने आपां। समझाओ पथराट बालन खत्म होने वाले कुदरती साधन क्यों हैं? देखो, क्योंकि धरती उत्ते पथराट बालनां दे भंडार सीमित मात्रा विच मौजूद हैं ਅਤੇ ਇਹਨਾਂ ਨੂੰ ਦੁਬਾਰਾ ਬਣਨ ਵਿੱਚ ਲੱਖਾਂ ਸਾਲ ਲੱਗ ਜਾਂਦੇ ਹਨ। ਸਾਨੂੰ ਪਤਾ ਹੈ ਪਥਰਾਟ ਬਾਲਨ ਲੱਖਾਂ ਸਾਲਾਂ ਚ ਬਣਦੇ ਨੇ ਤੇ ਇਹਨਾਂ ਦੇ ਭੰਡਾਰ ਜਿਹੜੇ ਹੈਗੇ ਨੇ ਉਹ ਵੀ ਸੀਮਤ ਹੀ ਨੇ। ਜੇ ਇੱਕ ਵਾਰ ਖਤਮ ਹੋ ਗਏ ਤਾਂ ਇਹ ਨੇੜਲੇ ਭਵਿੱਖ ਵਿੱਚ ਜਲਦੀ ਨਹੀਂ ਬਣ ਸਕਦੇ। ਇਸ ਲਈ ਅਸੀਂ ਕਹਿੰਦੇ ਆ ਵੀ ਪਥਰਾਟ ਬਾਲਨ ਜਿਹੜੇ ਹੈਗੇ ਨੇ ਉਹ ਖਤਮ ਹੋਣ ਵਾਲੇ ਕੁਦਰਤੀ ਸਾਧਨ ਹਨ। ਆਓ 7ਵਾਂ ਪ੍ਰਸ਼ਨ ਦੇਖਦੇ ਹਾਂ। ਕੋਕ ਦੇ ਗੁਣ ਅਤੇ ਵਰਤੋਂ ਦਾ ਵਰਣਨ ਕਰੋ। ਕੋਕ ਦੇ ਗੁਣ ਕੀ ਨੇ? ਕੋਕ ਇੱਕ ਕਠੋਰ, ਮੁਸਾਮਦਾਰ ਤੇ ਕਾਲੇ ਰੰਗ ਦਾ ਪਦਾਰਥ ਹੁੰਦਾ ਹੈ। ਇਹਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ? ਇਹਦੀ ਵਰਤੋਂ ਸਟੀਲ ਦੇ ਨਿਰਮਾਣ ਅਤੇ ਕਈ ਧਾਤਾਂ ਦੇ ਨਿਸ਼ਕਰਸ਼ਣ ਵਿੱਚ ਕੀਤੀ ਜਾਂਦੀ ਹੈ। ਧਾਤਾਂ ਆਪਾਂ ਨੂੰ ਸਿੱਧੇ ਰੂਪ ਚ ਨਹੀਂ ਮਿਲਦੀਆਂ, ਧਾਤਾਂ ਆਪਾਂ ਨੂੰ ਉਹਨਾਂ ਦੀ ਕੰਬਾਈਨਡ ਸਟੇਟ ਚ ਮਿਲਦੀਆਂ ਨੇ ਯੋਗਿਕਾਂ ਦੇ ਰੂਪ ਦੇ ਵਿੱਚ, ਹੈ ਨਾ। ਕੱਚੀ ਧਾਤ ਹੁੰਦੀ ਹੈ, ਉਹ ਤੋਂ ਧਾਤਾਂ ਜਿਹੜੀਆਂ ਨਿਸ਼ਕਰਸ਼ਿਤ ਕੀਤੀਆਂ ਜਾਂਦੀਆਂ। ਤਾਂ ਜਦੋਂ ਕੱਚੀ ਧਾਤ ਤੋਂ ਧਾਤਾਂ ਨੂੰ ਨਿਸ਼ਕਰਸ਼ਿਤ ਕੀਤਾ ਜਾਂਦਾ ਹੈ ਉਦੋਂ ਕੋਕ ਦੀ ਜ਼ਰੂਰਤ ਪੈਂਦੀ ਹੈ। ਤਾਂ ਕੋਕ ਦੀ ਵਰਤੋਂ ਇੱਕ ਤਾਂ ਸਟੀਲ ਦੇ ਨਿਰਮਾਣ ਲਈ, ਸਟੀਲ ਬਣਾਉਣ ਲਈ, ਤੇ ਧਾਤਾਂ ਦੇ ਨਿਸ਼ਕਰਸ਼ਣ ਵੇਲੇ ਜਿਹੜੀ ਹੈ ਕੀਤੀ ਜਾਂਦੀ ਹੈ। ਆਓ 8ਵਾਂ ਪ੍ਰਸ਼ਨ ਦੇਖਦੇ ਹਾਂ। ਪੈਟਰੋਲੀਅਮ ਨਿਰਮਾਣ ਦੇ ਪ੍ਰਕਰਮ ਨੂੰ ਸਮਝਾਓ। ਦੇਖੋ, ਉੱਪਰ ਇੱਕ ਆਇਆ ਸੀ ਕੋਲਾ ਕਿਸ ਤਰ੍ਹਾਂ ਬਣਦਾ ਹੈ, ਇੱਕ ਆ ਗਿਆ ਪੈਟਰੋਲੀਅਮ ਨਿਰਮਾਣ ਦੇ ਪ੍ਰਕਰਮ ਨੂੰ ਸਮਝਾਓ। ਇਹ ਥੋੜੇ ਜਿਹੇ ਰਲਵੇਂ ਮਿਲਵੇਂ क्वेश्चन है, ध्यान नाल देखना है। ते नाले 3 नंबर का जो अपने कोल है ना, 3 नंबर का एक प्रश्न इस अपने कोल इस पाठ के विचों आना है। तो ये दोनों दे विच बहुत महत्वपूर्ण दोनों प्रश्न ने, कोई एक ज्यादा चांस ने भी कोई एक आ सकता है। ਪੈਟਰੋਲੀਅਮ ਦਾ ਨਿਰਮਾਣ ਕਿਵੇਂ ਹੋਇਆ? ਇੱਥੇ ਅਸੀਂ ਗੱਲ ਕਰਾਂਗੇ ਸਮੁੰਦਰ ਦੀ। ਸਮੁੰਦਰ ਦੇ ਹੇਠਾਂ ਜਿਹੜੀ ਜੀਵ ਰਹਿੰਦੇ ਸੀ ਉਹਨਾਂ ਦੀ। ਲੱਖਾਂ ਸਾਲ ਪਹਿਲਾਂ ਜੋ ਸਮੁੰਦਰ ਵਿੱਚ ਰਹਿਣ ਵਾਲੇ ਜੀਵਾਂ ਦੇ ਮ੍ਰਿਤ ਸਰੀਰ ਸਮੁੰਦਰ ਥੱਲੇ ਜਾ ਕੇ ਜੰਮ ਗਏ। ਲੱਖਾਂ ਸਾਲ ਪਹਿਲਾਂ ਕੀ ਹੋਇਆ? ਸਮੁੰਦਰ ਵਿੱਚ ਰਹਿਣ ਵਾਲੇ ਜਿਹੜੇ ਜੀਵ ਸੀ ਉਹਨਾਂ ਜਿਹੜੇ ਮਰ ਗਏ, ਉਹਨਾਂ ਦੇ ਜਿਹੜੇ ਸਰੀਰ ਸੀ ਉਹ ਸਮੁੰਦਰ ਦੇ ਥੱਲੇ ਬੈਠ ਗਏ, ਜਾ ਕੇ ਉੱਥੇ ਜੰਮ ਗਏ। ਫਿਰ ਉਹਨਾਂ ਉੱਪਰ ਰੇਤ, ਫਿਰ ਰੇਤ ਅਤੇ ਮਿੱਟੀ ਦੀ ਤਹਿਰਾਂ ਦੇ ਨਾਲ ਢਕੇ ਗਏ। ਉਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਸੀ, ਲੱਖਾਂ ਸਾਲਾਂ ਵਿੱਚ ਹਵਾ ਦੀ ਅਣਹੋਂਦ ਵਿੱਚ, ਉੱਥੇ ਹਵਾ ਨਹੀਂ ਸੀ, ਆਕਸੀਜਨ ਨਹੀਂ ਸੀ, ਉੱਚੇ ਤਾਪ ਤੇ ਉੱਚੇ ਦਬਾਅ ਤੇ ਜਿਹੜੇ ਇਹ ਜੀਵ ਸੀਗੇ, ਮਰੇ ਹੋਏ ਜੀਵ ਸੀਗੇ, ਕਿਹਦੇ ਵਿੱਚ ਬਦਲ ਗਏ? ਪੈਟਰੋਲੀਅਮ ਅਤੇ ਕੁਦਰਤੀ ਗੈਸ ਵਿੱਚ। ਕਿਹਦੇ ਵਿੱਚ ਬਦਲ ਗਏ? ਪੈਟਰੋਲੀਅਮ ਅਤੇ ਕੁਦਰਤੀ ਗੈਸ ਵਿੱਚ। ਤਾਂ ਪੈਟਰੋਲੀਅਮ ਦੇ ਨਿਰਮਾਣ ਵੇਲੇ ਤੁਸੀਂ ਇਹ ਧਿਆਨ ਰੱਖਣਾ ਵੀ ਅਸੀਂ ਗੱਲ ਕਰ ਰਹੇ ਹਾਂ ਸਮੁੰਦਰ ਦੇ ਹੇਠਾਂ ਜਿਹੜੇ ਮ੍ਰਿਤ ਜੀਵ ਸੀ ਉਹਨਾਂ ਦੀ। ਜਦੋਂ ਅਸੀਂ ਕੋਲੇ ਦੇ ਨਿਰਮਾਣ ਬਾਰੇ ਗੱਲ ਕਰ ਰਹੇ ਹਾਂ ਫਿਰ ਅਸੀਂ ਧਰਤੀ ਦੇ ਥੱਲੇ ਦੱਬੇ ਗਏ ਜਿਹੜੇ ਮ੍ਰਿਤ ਬਨਸਪਤੀ ਸੀ ਉਹਦੀ ਗੱਲ ਕਰ ਰਹੇ ਸੀ। ਬਾਕੀ ਕੁਐਸਚਨ ਬਿਲਕੁਲ ਮਿਲਦਾ ਜੁਲਦਾ ਹੀ ਹੈ। ਤਾਂ ਅਸੀਂ 9ਵਾਂ ਪ੍ਰਸ਼ਨ ਦੇਖਦੇ ਹਾਂ। ਹੇਠ ਲਿਖੀ ਸਾਰਣੀ ਵਿੱਚ 1991 ਤੋਂ 1997 ਤੱਕ ਭਾਰਤ ਵਿੱਚ ਬਿਜਲੀ ਦੀ ਕੁੱਲ ਕਮੀ ਨੂੰ ਵਿਖਾਇਆ ਗਿਆ ਹੈ।
ਵੀ 1991 ਤੋਂ 97 ਤੱਕ ਬਿਜਲੀ ਦੀ ਕਿੰਨੀ ਕਮੀ ਹੋਈ। ਇਹਨਾਂ ਅੰਕੜਿਆਂ ਨੂੰ ਗ੍ਰਾਫ ਦੁਆਰਾ ਦਰਸਾਓ। ਇੱਕ ਗ੍ਰਾਫ ਬਣਾਓ। ਸਾਲ ਵਿੱਚ ਕਮੀ ਪ੍ਰਤੀਸ਼ਤਾਂ ਨੂੰ, ਜਿਹੜੀ ਕਮੀ ਦੀ ਪ੍ਰਤੀਸ਼ਤ ਹੈ ਉਹ 22 ਧੁਰੇ ਤੇ ਲੈਣੀ ਹੈ, ਤੇ ਸਾਲ ਨੂੰ ਅਸੀਂ x ਧੁਰੇ ਤੇ ਲੈਣਾ। ਅਸੀਂ ਮੈਥਮੈਟਿਕਸ ਦੇ ਵਿੱਚ ਵੀ ਗ੍ਰਾਫ ਬਣਾਉਂਦੇ ਆ, ਸੌਖਾ ਹੀ ਹੈ। ਤੁਸੀਂ ਮੈਥਮੈਟਿਕਸ 'ਚ ਵੀ ਗ੍ਰਾਫ ਬਣਾਉਣਾ ਸਿੱਖਿਆ ਹੋਵੇਗਾ ਵੀ ਇੱਕ x ਧੁਰਾ ਹੁੰਦਾ ਹੈ, ਇੱਕ y ਧੁਰਾ ਹੁੰਦਾ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਡਾਟਾ ਜਿਹੜਾ ਸਾਡੇ ਕੋਲ ਦਿੱਤਾ ਹੋਇਆ ਇਹਨੂੰ ਦੇਖ ਲਾਂਗੇ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ 1991 ਦੇ ਵਿੱਚ, ਇੱਕ ਮਿੰਟ, ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਤਾਂ ਬਿਜਲੀ ਦੇ ਵਿੱਚ 7.9% ਦੀ ਕਮੀ ਆਈ ਹੈ। 92 ਦੇ ਵਿੱਚ 7.8% ਦੀ ਕਮੀ ਆਈ ਹੈ। ਇਸੇ ਤਰ੍ਹਾਂ 93, 94, 95, 96 ਦੇ ਵਿੱਚ ਪ੍ਰਤੀਸ਼ਤ ਦੇ ਵਿੱਚ ਕਮੀ ਬਾਰੇ ਸਾਨੂੰ ਦੱਸਿਆ ਗਿਆ ਹੈ। ਹੁਣ ਅਸੀਂ ਗ੍ਰਾਫ ਬਣਾਉਂਦੇ ਹਾਂ। ਤਾਂ ਗ੍ਰਾਫ ਦੇ ਵਿੱਚ ਤੁਸੀਂ ਇੱਧਰ ਦੇਖ ਹੀ ਰਹੇ ਹੋ ਹਨਾ, ਤਾਂ ਇੱਥੇ ਤੁਸੀਂ ਦੇਖ ਰਹੇ ਹੋ, ਦੇਖੋ ਆਹ y ਧੁਰਾ ਹੈ, ਆਹ y ਧੁਰਾ ਹੈ, ਆਹ ਸਾਡੇ ਕੋਲ x ਧੁਰਾ ਹੈ, ਜੋ ਮੈਂ ਹੁਣ ਦਿਖਾ ਰਿਹਾ x ਧੁਰਾ ਹੈ। ਤਾਂ ਜਿਵੇਂ ਸਾਨੂੰ ਕਿਹਾ ਸੀ ਵੀ y ਧੁਰੇ ਦੇ ਉੱਤੇ ਅਸੀਂ ਬਿਜਲੀ ਦੀ ਕਮੀ ਕਿੰਨੀ ਪ੍ਰਤੀਸ਼ਤ ਚਾਹੀਏ ਹੈ, ਬਿਜਲੀ ਦੀ ਕਮੀ ਦੱਸਣੀ ਹੈ, ਤੇ ਦੂਜੇ ਪਾਸੇ ਅਸੀਂ ਜਿਹੜਾ ਹੈ x ਧੁਰੇ ਦੇ ਉੱਪਰ ਅਸੀਂ ਸਾਲ ਦੱਸਣਾ ਹੈ, ਕਿਹੜੇ ਸਾਲ ਕਮੀ ਆਈ, ਉਹ ਸਾਲ ਦੀ ਗੱਲ ਕਰਨੀ ਹੈ। ਤਾਂ ਸੌਖਾ ਜਿਹਾ ਗ੍ਰਾਫ ਬਣਾਉਣਾ ਸਾਰਿਆਂ ਨੂੰ ਆਉਂਦਾ। ਤੁਸੀਂ 1991, 92, 93, 94, 95, 96, 97, ਅਸੀਂ ਉਹਦੇ ਵਿੱਚ ਜਿਵੇਂ ਇੱਧਰ ਆਪਾਂ ਨੇ 2-2 ਦਾ ਡਿਫਰੈਂਸ ਲੈ ਲਿਆ, 5, 7, 9, 11, 13 ਇੰਨੇ ਪ੍ਰਤੀਸ਼ਤ ਕਮੀ ਆਈ ਹੈ। 1991 ਦੇ ਵਿੱਚ ਅਸੀਂ ਲਾਵਾਂਗੇ 7.9, ਤਾਂ 7 ਤੇ 9 ਦੇ ਵਿਚਕਾਰ ਆ ਜਾਏਗਾ 7.9। 1992 ਦੇ ਵਿੱਚ ਸਾਡੇ ਕੋਲ ਆ ਜਾਏਗਾ 7.8, ਥੋੜੀ ਜਿਹੀ ਘੱਟ। 1993 ਦੇ ਵਿੱਚ ਕਿਉਂਕਿ 7 ਦੇ 9 ਦੇ ਵਿਚਕਾਰ ਹੀ 8.3 ਆਉਂਦਾ ਹੈ, ਤਾਂ ਥੋੜਾ ਜਿਹਾ ਇਹਦੇ ਨਾਲੋਂ ਵੱਧ। ਤਾਂ ਇਸ ਤਰ੍ਹਾਂ ਅਸੀਂ ਸਾਰੇ ਇਹ ਲਿਖ ਕੇ ਇਹਨਾਂ ਨੂੰ ਆਪਸ ਦੇ ਵਿੱਚ ਮਿਲਾ ਦੇਣਾ ਹੈ, ਤਾਂ ਇਹ ਗ੍ਰਾਫ ਸਾਡੇ ਕੋਲ ਬਣ ਜਾਏਗਾ, ਜਿਹੜਾ ਕਿ ਅਸੀਂ ਇਸ ਤਰ੍ਹਾਂ ਦੇਖ ਰਹੇ ਹਾਂ। ਤਾਂ ਇਸ ਤਰ੍ਹਾਂ ਨਾਲ ਅਸੀਂ ਗ੍ਰਾਫ ਜਿਹੜਾ ਹੈ ਇਹ ਬਣਾ ਲੈਣਾ। ਤਾਂ ਇਹ ਸੀਗਾ ਬੇਟਾ, ਮੈਨੂੰ ਲੱਗਦਾ ਹੈ, ਉਮੀਦ ਹੈ ਤੁਹਾਨੂੰ ਇਹ ਪਾਠ ਪੂਰੀ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਥੈਂਕ ਯੂ।